ਲਵਪ੍ਰੀਤ ਦਾ ਖੁਦਕੁਸ਼ੀ ਮਾਮਲਾ ਹੁਣ ਇਸ ਕਦਰ ਵੱਧ ਗਿਆ ਕਿ ਬੱਚੇ ਦੇ ਜਵਾਨ ਤੇ ਬੇਅੰਤ ਕੌਰ ਨੂੰ ਮਾੜਾ ਹੀ ਨਿਕਲਦਾ ਹੈ। ਤੇ ਅੱਜ ਲਵਪ੍ਰੀਤ ਦੀ ਭੈਣ ਦੀ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਹੋਈ ਹੈ, ਜਿਸ ਦੇ ਵਿੱਚ ਉਸਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਉਸਨੇ ਕਿਹਾ ਕਿ ਬੇਅੰਤ ਕੌਰ ਮੇਰੇ ਭਰਾ ਲਵਪ੍ਰੀਤ ਨੂੰ ਨਹੀਂ ਬਲਕਿ ਰਵਪ੍ਰੀਤ ਨੂੰ ਪਿਆਰ ਕਰਦੀ ਹੈ ਤੇ ਹੁਣ ਉਹ ਕੈਨੇਡਾ ਵਿੱਚ ਵੀ ਉਸਦੇ ਨਾਲ ਹੀ ਰਹਿੰਦੀ ਹੈ। ਉਹਨਾਂ ਨੇ ਕਿਹਾ ਕਿ ਬਾਰ-ਬਾਰ ਸਾਡੇ ਤੋਂ ਐਡਰੈਸ ਮੰਗਣ ਦੇ ਬਾਵਜੂਦ ਵੀ ਲਵਪ੍ਰੀਤ ਐਡਰੈਸ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਲਵਪ੍ਰੀਤ ਨੂੰ ਬੇਅੰਤ ਕੌਰ ਨੇ ਧੋਖਾ ਦਿੱਤਾ ਹੈ ਤੇ ਧੋਖੇ ਦੇ ਚੱਲਦੇ ਹੀ ਮੇਰੇ ਭਰਾ ਨੇ ਖੁਦਕੁਸ਼ੀ ਕੀਤੀ ਹੈ। ਬੇਅੰਤ ਕੌਰ ਹੁਣ ਰਵਪ੍ਰੀਤ ਦੇ ਨਾਲ ਉੱਥੇ ਰਹਿ ਰਹੀ ਹੈ, ਜਿਸ ਤੋਂ ਬਾਅਦ ਸਾਡਾ ਪੂਰਾ ਪਰਿਵਾਰ ਸਦਮੇ 'ਚ ਹੈ। ਇਹ ਕਹਿਣਾ ਹੈ ਲਵਪ੍ਰੀਤ ਦੀ ਭੈਣ ਦਾ। ਜੇਕਰ ਬੇਅੰਤ ਕੌਰ ਮੇਰੇ ਭਰਾ ਲਵਪ੍ਰੀਤ ਨਾਲ ਚੰਗੇ ਮੂੰਹ ਗੱਲ ਕਰਦੀ ਤਾਂ ਉਸਨੇ ਮੌਤ ਨੂੰ ਕਦੇ ਵੀ ਗੱਲ ਨਹੀਂ ਸੀ ਲਾਉਣਾ। ਇੰਨਾ ਕਮਜ਼ੋਰ ਨਹੀਂ ਸੀ ਲਵਪ੍ਰੀਤ ਜੋ ਮੌਤ ਨੂੰ ਗੱਲ ਲਾ ਲੈਂਦਾ, ਪਰ ਗੱਲ ਇਸ ਕਦਰ ਵੱਧ ਗਈ ਸੀ ਕਿ ਲਵਪ੍ਰੀਤ ਦੇ ਗੁੱਸੇ ਵਿੱਚ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰ ਬੇਅੰਤ ਕੌਰ ਨੂੰ ਕੋਈ ਵੀ ਫਰਕ ਨਹੀਂ ਪਿਆ। ਬੇਅੰਤ ਕੌਰ ਪਹਿਲਾਂ ਦੀ ਤਰ੍ਹਾਂ ਹੁਣ ਵੀ ਰਵਦੀਪ ਦੇ ਨਾਲ ਕੈਨੇਡਾ ਦੇ ਵਿੱਚ ਰਹਿੰਦੀ ਹੈ। ਇਹ ਗੱਲਾਂ ਦੇ ਖੁਲਾਸੇ ਲਵਪ੍ਰੀਤ ਦੀ ਭੈਣ ਵੱਲੋਂ ਕੀਤੇ ਗਏ ਨੇ। ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਸਾਰੀਆਂ ਗੱਲਾਂ ਆਖੀਆਂ ਨੇ। ਉਹਨਾਂ ਕਿਹਾ ਕਿ ਜਦੋਂ ਅਸੀਂ ਬੇਅੰਤ ਕੌਰ ਤੋਂ ਉਸਦਾ ਐਡਰੈਸ ਮੰਗਦੇ ਸੀ ਤਾਂ ਉਹ ਹਮੇਸ਼ਾ ਲਾਰਾ ਲਾ ਦਿੰਦੀ ਸੀ ਤੇ ਉਸਨੇ ਕੋਈ ਵੀ ਸਹੀ ਐਡਰੈਸ ਨਹੀਂ ਦੱਸਿਆ। ਇੱਕ ਪਹਿਲਾਂ ਆਡੀਓ ਵਾਇਰਲ ਹੋਈ ਸੀ ਜੋ ਬੇਅੰਤ ਕੌਰ ਤੇ ਲਵਪ੍ਰੀਤ ਦੀ ਭੈਣ ਦੀ ਸੀ। ਉਸ ਵਿੱਚ ਵੀ ਐਡਰੈਸ ਬਾਰੇ ਗੱਲਬਾਤ ਕੀਤੀ ਗਈ ਸੀ। ਉਸ ਵਿੱਚ ਲਵਪ੍ਰੀਤ ਦੀ ਭੈਣ ਨੇ ਕਿਹਾ ਸੀ ਕਿ ਮੈਨੂੰ ਐਡਰੈਸ ਦੱਸ ਦੇ, ਜਿਸ ਤੋਂ ਬਾਅਦ ਮੈਂ ਆਪਣੀ ਇੱਕ ਸਹੇਲੀ ਤੇਰੇ ਕੋਲ ਪਹੁੰਚਾ ਦੇਵਾਂਗੀ। ਪਰ ਉਸ ਸਮੇਂ ਵੀ ਬੇਅੰਤ ਕੌਰ ਨੇ ਐਡਰੈਸ ਦੱਸਣ ਤੋਂ ਕਾਨਾ-ਕਾਨੀ ਕਰ ਦਿੱਤੀ ਸੀ ਅਤੇ ਕਹਿ ਦਿੱਤਾ ਸੀ ਕਿ ਮੇਰੀ ਭੂਆ ਦੀ ਲੜਕੀ ਵੀ ਇੱਥੇ ਆ ਚੁੱਕੀ ਹੈ। ਪਰ ਜਾਨ ਗਵਾਉਣ ਵਾਲੇ ਨੇ ਤਾਂ ਜਾਨ ਗਵਾ ਲਈ ਹੈ। ਪਰ ਲੋਕਾਂ ਦੇ ਵਿੱਚ ਬੇਅੰਤ ਕੌਰ ਦਾ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਤਾਂ ਕਈ ਵਾਰ ਅਜਿਹੀਆਂ ਪੋਸਟਾਂ ਵੀ ਆਈਆਂ ਨੇ ਕਿ ਬੇਅੰਤ ਕੌਰ ਉੱਤੇ ਹਮਲਾ ਕਰ ਦਿੱਤਾ ਗਿਆ, ਪਰ ਇਹ ਸਾਰੀਆਂ ਅਫਵਾਹਾਂ ਸਨ। ਤੇ ਹੁਣ ਦੇਖਣਾ ਇਹ ਹੋਵੇਗਾ ਕਿ ਬੇਅੰਤ ਕੌਰ ਕਦੋਂ ਡਿਪੋਰਟ ਹੁੰਦੀ ਹੈ, ਕੈਨੇਡਾ ਸਰਕਾਰ ਇਸ 'ਤੇ ਕੋਈ ਐਕਸ਼ਨ ਲੈਂਦੀ ਹੈ ਜਾਂ ਫਿਰ ਇਸੇ ਤਰ੍ਹਾਂ ਉਹ ਰਵਦੀਪ ਦੇ ਨਾਲ ਕੈਨੇਡਾ ਦੇ ਵਿੱਚ ਰਹੇਗੀ। ਲਵਪ੍ਰੀਤ ਦਾ ਖੁਦਕੁਸ਼ੀ ਮਾਮਲਾ ਹੁਣ ਇਸ ਕਦਰ ਵੱਧ ਗਿਆ ਕਿ ਬੱਚੇ ਦੇ ਜਵਾਨ ਤੇ ਬੇਅੰਤ ਕੌਰ ਨੂੰ ਮਾੜਾ ਹੀ ਨਿਕਲਦਾ ਹੈ। ਤੇ ਅੱਜ ਲਵਪ੍ਰੀਤ ਦੀ ਭੈਣ ਦੀ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਹੋਈ ਹੈ, ਜਿਸ ਦੇ ਵਿੱਚ ਉਸਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਉਸਨੇ ਕਿਹਾ ਕਿ ਬੇਅੰਤ ਕੌਰ ਮੇਰੇ ਭਰਾ ਲਵਪ੍ਰੀਤ ਨੂੰ ਨਹੀਂ ਬਲਕਿ ਰਵਪ੍ਰੀਤ ਨੂੰ ਪਿਆਰ ਕਰਦੀ ਹੈ ਤੇ ਹੁਣ ਉਹ ਕੈਨੇਡਾ ਵਿੱਚ ਵੀ ਉਸਦੇ ਨਾਲ ਹੀ ਰਹਿੰਦੀ ਹੈ। ਉਹਨਾਂ ਨੇ ਕਿਹਾ ਕਿ ਬਾਰ-ਬਾਰ ਸਾਡੇ ਤੋਂ ਐਡਰੈਸ ਮੰਗਣ ਦੇ ਬਾਵਜੂਦ ਵੀ ਲਵਪ੍ਰੀਤ ਐਡਰੈਸ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਲਵਪ੍ਰੀਤ ਨੂੰ ਬੇਅੰਤ ਕੌਰ ਨੇ ਧੋਖਾ ਦਿੱਤਾ ਹੈ ਤੇ ਧੋਖੇ ਦੇ ਚੱਲਦੇ ਹੀ ਮੇਰੇ ਭਰਾ ਨੇ ਖੁਦਕੁਸ਼ੀ ਕੀਤੀ ਹੈ। ਬੇਅੰਤ ਕੌਰ ਹੁਣ ਰਵਪ੍ਰੀਤ ਦੇ ਨਾਲ ਉੱਥੇ ਰਹਿ ਰਹੀ ਹੈ, ਜਿਸ ਤੋਂ ਬਾਅਦ ਸਾਡਾ ਪੂਰਾ ਪਰਿਵਾਰ ਸਦਮੇ 'ਚ ਹੈ। ਇਹ ਕਹਿਣਾ ਹੈ ਲਵਪ੍ਰੀਤ ਦੀ ਭੈਣ ਦਾ। ਜੇਕਰ ਬੇਅੰਤ ਕੌਰ ਮੇਰੇ ਭਰਾ ਲਵਪ੍ਰੀਤ ਨਾਲ ਚੰਗੇ ਮੂੰਹ ਗੱਲ ਕਰਦੀ ਤਾਂ ਉਸਨੇ ਮੌਤ ਨੂੰ ਕਦੇ ਵੀ ਗੱਲ ਨਹੀਂ ਸੀ ਲਾਉਣਾ। ਇੰਨਾ ਕਮਜ਼ੋਰ ਨਹੀਂ ਸੀ ਲਵਪ੍ਰੀਤ ਜੋ ਮੌਤ ਨੂੰ ਗੱਲ ਲਾ ਲੈਂਦਾ, ਪਰ ਗੱਲ ਇਸ ਕਦਰ ਵੱਧ ਗਈ ਸੀ ਕਿ ਲਵਪ੍ਰੀਤ ਦੇ ਗੁੱਸੇ ਵਿੱਚ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰ ਬੇਅੰਤ ਕੌਰ ਨੂੰ ਕੋਈ ਵੀ ਫਰਕ ਨਹੀਂ ਪਿਆ। ਬੇਅੰਤ ਕੌਰ ਪਹਿਲਾਂ ਦੀ ਤਰ੍ਹਾਂ ਹੁਣ ਵੀ ਰਵਦੀਪ ਦੇ ਨਾਲ ਕੈਨੇਡਾ ਦੇ ਵਿੱਚ ਰਹਿੰਦੀ ਹੈ। ਇਹ ਗੱਲਾਂ ਦੇ ਖੁਲਾਸੇ ਲਵਪ੍ਰੀਤ ਦੀ ਭੈਣ ਵੱਲੋਂ ਕੀਤੇ ਗਏ ਨੇ। ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਸਾਰੀਆਂ ਗੱਲਾਂ ਆਖੀਆਂ ਨੇ। ਉਹਨਾਂ ਕਿਹਾ ਕਿ ਜਦੋਂ ਅਸੀਂ ਬੇਅੰਤ ਕੌਰ ਤੋਂ ਉਸਦਾ ਐਡਰੈਸ ਮੰਗਦੇ ਸੀ ਤਾਂ ਉਹ ਹਮੇਸ਼ਾ ਲਾਰਾ ਲਾ ਦਿੰਦੀ ਸੀ ਤੇ ਉਸਨੇ ਕੋਈ ਵੀ ਸਹੀ ਐਡਰੈਸ ਨਹੀਂ ਦੱਸਿਆ। ਇੱਕ ਪਹਿਲਾਂ ਆਡੀਓ ਵਾਇਰਲ ਹੋਈ ਸੀ ਜੋ ਬੇਅੰਤ ਕੌਰ ਤੇ ਲਵਪ੍ਰੀਤ ਦੀ ਭੈਣ ਦੀ ਸੀ। ਉਸ ਵਿੱਚ ਵੀ ਐਡਰੈਸ ਬਾਰੇ ਗੱਲਬਾਤ ਕੀਤੀ ਗਈ ਸੀ। ਉਸ ਵਿੱਚ ਲਵਪ੍ਰੀਤ ਦੀ ਭੈਣ ਨੇ ਕਿਹਾ ਸੀ ਕਿ ਮੈਨੂੰ ਐਡਰੈਸ ਦੱਸ ਦੇ, ਜਿਸ ਤੋਂ ਬਾਅਦ ਮੈਂ ਆਪਣੀ ਇੱਕ ਸਹੇਲੀ ਤੇਰੇ ਕੋਲ ਪਹੁੰਚਾ ਦੇਵਾਂਗੀ। ਪਰ ਉਸ ਸਮੇਂ ਵੀ ਬੇਅੰਤ ਕੌਰ ਨੇ ਐਡਰੈਸ ਦੱਸਣ ਤੋਂ ਕਾਨਾ-ਕਾਨੀ ਕਰ ਦਿੱਤੀ ਸੀ ਅਤੇ ਕਹਿ ਦਿੱਤਾ ਸੀ ਕਿ ਮੇਰੀ ਭੂਆ ਦੀ ਲੜਕੀ ਵੀ ਇੱਥੇ ਆ ਚੁੱਕੀ ਹੈ। ਪਰ ਜਾਨ ਗਵਾਉਣ ਵਾਲੇ ਨੇ ਤਾਂ ਜਾਨ ਗਵਾ ਲਈ ਹੈ। ਪਰ ਲੋਕਾਂ ਦੇ ਵਿੱਚ ਬੇਅੰਤ ਕੌਰ ਦਾ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਤਾਂ ਕਈ ਵਾਰ ਅਜਿਹੀਆਂ ਪੋਸਟਾਂ ਵੀ ਆਈਆਂ ਨੇ ਕਿ ਬੇਅੰਤ ਕੌਰ ਉੱਤੇ ਹਮਲਾ ਕਰ ਦਿੱਤਾ ਗਿਆ, ਪਰ ਇਹ ਸਾਰੀਆਂ ਅਫਵਾਹਾਂ ਸਨ। ਤੇ ਹੁਣ ਦੇਖਣਾ ਇਹ ਹੋਵੇਗਾ ਕਿ ਬੇਅੰਤ ਕੌਰ ਕਦੋਂ ਡਿਪੋਰਟ ਹੁੰਦੀ ਹੈ, ਕੈਨੇਡਾ ਸਰਕਾਰ ਇਸ 'ਤੇ ਕੋਈ ਐਕਸ਼ਨ ਲੈਂਦੀ ਹੈ ਜਾਂ ਫਿਰ ਇਸੇ ਤਰ੍ਹਾਂ ਉਹ ਰਵਦੀਪ ਦੇ ਨਾਲ ਕੈਨੇਡਾ ਦੇ ਵਿੱਚ ਰਹੇਗੀ। ਬਿਊਰੋ ਰਿਪੋਰਟ, ਰੋਜ਼ਾਨਾ ਟਾਈਮਜ਼।